ਹੈਲੋ ਦੋਸਤੋ, ਮੇਰੇ ਸਾਰੇ ਹੀ ਦੋਸਤਾਂ ਦਾ ਮੇਰੇ YouTube ਚੈਨਲ ਜੌਬ ਵਰਲਡ 'ਤੇ ਸਵਾਗਤ ਹੈ। ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ ਦੀਆਂ ਜੋ ਵੀ ਨੋਟੀਫਿਕੇਸ਼ਨ ਲੇਟੈਸਟ ਹੁੰਦੀਆਂ ਹਨ, ਉਹਨਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਸਕੇ। ਅਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਭਰਤੀ 2022 ਵਾਸਤੇ, ਜਿਸ ਵਿੱਚ ਸਟਾਫ ਨਰਸ, ਵਾਰਡ ਅਟੈਂਡੈਂਟ ਤੇ ਹੋਰ ਵੀ 8ਵੀਂ ਪਾਸ, 10ਵੀਂ ਪਾਸ, ITI ਪਾਸ ਸਟੂਡੈਂਟਸ ਦੇ ਲਈ ਨੌਕਰੀਆਂ ਨੇ। ਤੁਸੀਂ ਕਿਵੇਂ ਇਹਨਾਂ ਨੌਕਰੀਆਂ ਨੂੰ ਅਪਲਾਈ ਕਰ ਸਕਦੇ ਹੋ ਅਤੇ ਕਿਹੜਾ ਫਾਰਮ ਫਿਲ ਕਰਨਾ ਹੈ, ਆਓ ਲੈ ਚੱਲਦਾ ਹਾਂ ਤੁਹਾਨੂੰ ਨੋਟੀਫਿਕੇਸ਼ਨ ਵੱਲ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਸਦੀਕ ਰੋਡ ਫਰੀਦਕੋਟ ਵੱਲੋਂ ਐਪਲੀਕੇਸ਼ਨਸ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਵਿੱਚ ਵੱਖਰੀਆਂ ਵੱਖਰੀਆਂ ਪੋਸਟਾਂ ਪਿਓਰਲੀ ਆਊਟਸੋਰਸ ਬੇਸਿਸ ਜਾਣੀ ਕਿ DC ਰੇਟ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪੀਟਲ ਫਰੀਦਕੋਟ, ਜੋ ਕਿ ਪਰਫਾਰਮਾ ਇਸ ਨੋਟੀਫਿਕੇਸ਼ਨ ਵਿੱਚ ਦਿੱਤਾ ਗਿਆ ਹੈ, ਉਹ ਅਵੇਲੇਬਲ ਹੈ ਇਸ ਵੈਬਸਾਈਟ ਤੇ ਵੀ, ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਦੀ ਵੈਬਸਾਈਟ ਹੈ। ਤੇ ਇਸ ਤੋਂ ਇਲਾਵਾ ਤੁਹਾਡੀਆਂ ਜਿਹੜੀਆਂ ਕੰਪਲੀਟ ਐਪਲੀਕੇਸ਼ਨਸ ਨੇ ਪਰਫਾਰਮੇ ਤੇ, ਉਹ ਪਹੁੰਚ ਜਾਣੀਆਂ ਚਾਹੀਦੀਆਂ ਨੇ ਸਮੇਂ ਸਿਰ 11/11/2022 ਤੱਕ ਆਫਿਸ ਆਫ ਮੈਡੀਕਲ ਸੁਪਰਡੈਂਟ GGSMCH ਸਦੀਕ ਰੋਡ ਫਰੀਦਕੋਟ, ਤੇ 11 ਤਰੀਕ ਜੋ ਕਿ 11 ਨਵੰਬਰ ਅਖੀਰਲੀ ਤਰੀਕ ਹੈ ਇਸ ਨੂੰ ਭੇਜਣ ਦੀ, ਅਲੋਂਗ ਵਿਦ ਡਿਮਾਂਡ ਡਰਾਫਟ ਫੇਵਰਿੰਗ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਪੇਵਲ ਐਟ ਫਰੀਦਕੋਟ। ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ www.bfuhs.ac.in ਤੇ ਵਿਜ਼ਿਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਨੋਟੀਫਿਕੇਸ਼ਨ ਦੀ ਕਾਪੀ ਅਤੇ ਅਪਲਾਈ ਕਰਨ ਲਈ ਪਰਫਾਰਮਾ ਵੀ ਮਿਲ ਜਾਵੇਗਾ। ਤੇ ਕੀ ਨੇ ਪੋਸਟਾਂ? ਵਾਰਡ ਅਟੈਂਡੈਂਟ ਦੀਆਂ 30 ਪੋਸਟਾਂ ਨੇ, 8ਵੀਂ ਪਾਸ ਜ਼ਰੂਰੀ ਹੈ ਕੁਆਲੀਫਿਕੇਸ਼ਨ। ਲਾਇਬ੍ਰੇਰੀ ਅਟੈਂਡੈਂਟ ਦੀਆਂ 3 ਪੋਸਟਾਂ ਨੇ, 8ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਨੇ। ਸੀਵਰਮੈਨ ਦੀਆਂ 7 ਪੋਸਟਾਂ ਨੇ, ਜੋ ਵੀ ਪੜ੍ਹ ਜਾਂ ਲਿਖ ਸਕਦਾ ਹੋਵੇ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਹੈ। ਰੇਡੀਓਗ੍ਰਾਫਰ ਦੀਆਂ 8 ਪੋਸਟਾਂ ਨੇ, ਜਿਨ੍ਹਾਂ ਨੇ +2 ਪਾਸ ਕੀਤੀ ਹੈ ਫਰੋਮ ਰੈਕੋਗਨਾਈਜ਼ਡ ਬੋਰਡ ਔਰ ਯੂਨੀਵਰਸਿਟੀ ਵਿਦ ਸਾਇੰਸ, ਉਹ ਅਪਲਾਈ ਕਰ ਸਕਦੇ ਨੇ, ਬਟ ਉਹਨਾਂ ਨੂੰ BSc ਇਨ ਰੇਡੀਓਗ੍ਰਾਫੀ ਫਰੋਮ ਏ ਰੈਕੋਗਨਾਈਜ਼ਡ ਯੂਨੀਵਰਸਿਟੀ ਲਾਜ਼ਮੀ ਹੈ, ਤੇ 1 ਸਾਲ ਦਾ ਤਜਰਬਾ ਇਨ ਰੈਲੇਵੈਂਟ ਫੀਲਡ ਜਾਂ ਫਿਰ ਸਿਟੀ ਸਕੈਨ ਦੇ ਵਿੱਚ ਹੋਣਾ ਜ਼ਰੂਰੀ ਹੈ। ਲੈਬ ਟੈਕਨੀਸ਼ੀਅਨ ਗ੍ਰੇਡ 2 ਦੀ ਪੋਸਟ ਹੈ, 34 ਪੋਸਟਾਂ ਨੇ, +2 ਪਾਸ ਕੀਤੀ ਹੋਣੀ ਜ਼ਰੂਰੀ ਹੈ ਸਾਇੰਸ ਵਿਸ਼ੇ ਦੇ ਨਾਲ। ਇਸ ਤੋਂ ਇਲਾਵਾ BSc MLT ਫਰੋਮ ਰੈਕੋਗਨਾਈਜ਼ਡ ਯੂਨੀਵਰਸਿਟੀ। ਤੇ ਆਪਰੇਸ਼ਨ ਥੀਏਟਰ ਅਸਿਸਟੈਂਟ ਦੀਆਂ 16 ਪੋਸਟਾਂ ਨੇ, +2 ਕੀਤੀ ਹੋਣੀ ਜ਼ਰੂਰੀ ਹੈ ਫਰੋਮ ਰੈਕੋਗਨਾਈਜ਼ਡ ਬੋਰਡ ਔਰ ਯੂਨੀਵਰਸਿਟੀ। ਤੇ ਇਸ ਤੋਂ ਇਲਾਵਾ BSc ਇਨ ਆਪਰੇਸ਼ਨ ਥੀਏਟਰ ਟੈਕਨੋਲੋਜੀ ਫਰੋਮ ਰੈਕੋਗਨਾਈਜ਼ਡ ਯੂਨੀਵਰਸਿਟੀ। ਫਾਰਮਾਸਿਸਟ ਦੀਆਂ 10 ਪੋਸਟਾਂ ਨੇ, +2 ਕੰਪਲਸਰੀ ਹੈ। M ਫਾਰਮੇਸੀ ਔਰ B ਫਾਰਮੇਸੀ ਫਰੋਮ ਰੈਕੋਗਨਾਈਜ਼ਡ ਯੂਨੀਵਰਸਿਟੀ, ਤੇ M ਫਾਰਮੇਸੀ ਨੂੰ ਪ੍ਰੈਫਰੈਂਸ ਦਿੱਤੀ ਜਾਵੇਗੀ ਇਹਨਾਂ ਪੋਸਟਾਂ ਵਾਸਤੇ। ਇਲੈਕਟ੍ਰੀਸ਼ੀਅਨ ਦੀਆਂ 7 ਪੋਸਟਾਂ ਨੇ, 10ਵੀਂ ਪਾਸ 50% ਮਾਰਕਸ ਦੇ ਨਾਲ ਜ਼ਰੂਰੀ ਹੈ, ਤੇ ਪੰਜਾਬੀ ਪਾਸ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ 2 ਸਾਲ ਦੀ ITI ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ ਕਿਸੇ ਵੀ ਬੋਰਡ ਜਾਂ ਇੰਸਟੀਚਿਊਟ ਤੋਂ ਵਿਦ ਮਿਨੀਮਮ 1 ਸਾਲ ਦੇ ਤਜਰਬੇ ਦੇ ਨਾਲ ਜ਼ਰੂਰੀ ਹੈ। ਤਾਂ ਇਲੈਕਟ੍ਰੀਸ਼ੀਅਨ ਵਾਸਤੇ ITI ਦੇ ਸਟੂਡੈਂਟ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ। ਇਸ ਤੋਂ ਇਲਾਵਾ ਪਲੰਬਰ ਦੀਆਂ 3 ਪੋਸਟਾਂ ਨੇ, ਜਿਸ ਦੇ ਲਈ 10ਵੀਂ 50% ਮਾਰਕਸ ਦੇ ਨਾਲ, ਅਤੇ ਇਸ ਤੋਂ ਇਲਾਵਾ ਪੰਜਾਬੀ ਪਾਸ ਮਸਟ ਹੈ। ਇਸ ਤੋਂ ਇਲਾਵਾ 1 ਸਾਲ ਦੀ ITI ਪਲੰਬਰ ਟ੍ਰੇਡ ਵਿੱਚ ਕੀਤੀ ਹੋਣੀ ਜ਼ਰੂਰੀ ਹੈ, ਤੇ 1 ਸਾਲ ਦਾ ਤਜਰਬਾ ਵੀ ਜ਼ਰੂਰੀ ਹੈ। ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ 60 ਪੋਸਟਾਂ ਨੇ, ਗ੍ਰੈਜੂਏਟ ਫਰੋਮ ਏ ਰੈਕੋਗਨਾਈਜ਼ਡ ਯੂਨੀਵਰਸਿਟੀ, ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ 120 ਘੰਟੇ ਦਾ ਕੰਪਿਊਟਰ ਦਾ ਕੋਰਸ ਵੀ ਲਾਜ਼ਮੀ ਹੈ, ਜੋ ਕਿ ISO ਸਰਟੀਫਾਈਡ ਹੋਵੇ ਜਾਂ ਫਿਰ O ਲੈਵਲ ਸਰਟੀਫਿਕੇਟ ਦਾ ਕੋਰਸ, ਜੋ ਕਿ ਡਿਪਾਰਟਮੈਂਟ ਆਫ ਇਲੈਕਟ੍ਰੋਨਿਕਸ ਐਕ੍ਰੀਡੇਸ਼ਨ ਆਫ ਕੰਪਿਊਟਰ ਕੋਰਸ ਆਫ ਗਵਰਨਮੈਂਟ ਆਫ ਇੰਡੀਆ ਦੁਆਰਾ ਹੋਵੇ। ਤੇ ਇਸ ਤੋਂ ਇਲਾਵਾ ਟਾਈਪਿੰਗ ਪੰਜਾਬੀ ਅਤੇ ਇੰਗਲਿਸ਼ ਵਿਦ 30 ਵਰਡਸ ਪਰ ਮਿੰਟ ਜ਼ਰੂਰੀ ਹੈ। ਤੇ ਸਟਾਫ ਨਰਸ ਦੀਆਂ 45 ਪੋਸਟਾਂ ਨੇ, ਜਿਸ ਦੇ ਲਈ +2 ਮਸਟ ਹੈ। ਇਸ ਤੋਂ ਇਲਾਵਾ BSc ਨਰਸਿੰਗ ਜਾਂ ਫਿਰ 3 ਸਾਲ ਦਾ ਜਨਰਲ ਨਰਸਿੰਗ ਐਂਡ ਮਿਡਵਾਈਫਰੀ ਫਰੋਮ ਰੈਕੋਗਨਾਈਜ਼ਡ ਯੂਨੀਵਰਸਿਟੀ ਜਾਂ ਇੰਸਟੀਚਿਊਟ, ਜੋ ਕਿ ਰਜਿਸਟਰਡ ਹੋਵੇ ਪੰਜਾਬ ਨਰਸ ਰਜਿਸਟ੍ਰੇਸ਼ਨ ਕਾਉਂਸਲ ਚੰਡੀਗੜ੍ਹ ਵੱਲੋਂ। ਤੇ ਪ੍ਰੈਫਰੈਂਸ BSc ਨਰਸਿੰਗ ਕੁਆਲੀਫਿਕੇਸ਼ਨ ਨੂੰ ਦਿੱਤੀ ਜਾਵੇਗੀ, ਤੇ ਐਕਸਪੀਰੀਅੰਸ ਪਰਸਨ ਵੀ ਜੋ ਕਿ ਪ੍ਰੈਫਰ ਕੀਤੇ ਜਾਣਗੇ। ਪੰਪ ਆਪਰੇਟਰ ਦੀਆਂ 3 ਪੋਸਟਾਂ ਨੇ, 10ਵੀਂ ਪਾਸ 50% ਮਾਰਕਸ ਦੇ ਨਾਲ। ਇਸ ਤੋਂ ਇਲਾਵਾ ਪੰਜਾਬੀ ਪਾਸ ਮਸਟ ਹੈ। ਇਸ ਤੋਂ ਇਲਾਵਾ 2 ਸਾਲ ਦੀ ITI ਇਲੈਕਟ੍ਰੀਕਲ ਟ੍ਰੇਡ ਦੇ ਵਿੱਚ, ਜਾਂ ਫਿਰ ਇਸ ਤੋਂ ਇਲਾਵਾ ਬੋਰਡ ਜਾਂ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ITI ਤੇ ਇਸ ਦੇ ਨਾਲ ਤਜਰਬਾ 1 ਸਾਲ ਦਾ ਇਲੈਕਟ੍ਰੀਸ਼ੀਅਨ ਜਾਂ ਪੰਪ ਆਪਰੇਟਰ ਦਾ ਜ਼ਰੂਰੀ ਹੈ। ਗੈਸ ਪਲਾਂਟ ਟੈਕਨੀਸ਼ੀਅਨ ਦੀ ਪੋਸਟ ਨੇ 2, +2 ਪਾਸ ਮਸਟ ਹੈ ਫਰੋਮ ਰੈਕੋਗਨਾਈਜ਼ਡ ਯੂਨੀਵਰਸਿਟੀ ਔਰ ਬੋਰਡ, ਤੇ ਡਿਪਲੋਮਾ ਇਨ ਇਲੈਕਟ੍ਰੀਸ਼ੀਅਨ ਔਰ ਪੰਪ ਆਪਰੇਟਰ ਫਰੋਮ ITI ਦੇ ਵਿੱਚ ਇਲੈਕਟ੍ਰੀਸ਼ੀਅਨ ਜਾਂ ਫਿਰ ਪੰਪ ਆਪਰੇਟਰ ਦੀ ITI ਜ਼ਰੂਰੀ ਹੈ। ਡੀਜ਼ਲ ਇੰਜਨ ਮਕੈਨਿਕ ਦੀ 1 ਪੋਸਟ ਹੈ, ਇਸ ਦੇ ਵਿੱਚ 10ਵੀਂ ਪਾਸ 50% ਮਾਰਕਸ ਦੇ ਨਾਲ, ਤੇ ਪੰਜਾਬੀ ਪਾਸ ਮਸਟ ਹੈ। 1 ਸਾਲ ਦਾ ਡੀਜ਼ਲ ਮਕੈਨਿਕ ਦਾ ITI ਦਾ ਕੋਰਸ ਜ਼ਰੂਰੀ ਹੈ ਫਰੋਮ ਰੈਕੋਗਨਾਈਜ਼ਡ ਬੋਰਡ ਔਰ ਯੂਨੀਵਰਸਿਟੀ ਵਿਦ 1 year ਐਕਸਪੀਰੀਅੰਸ, 1 ਸਾਲ ਦਾ ਤਜਰਬਾ ਲਾਜ਼ਮੀ ਹੈ। ECG ਟੈਕਨੀਸ਼ੀਅਨ ਦੀਆਂ 4 ਪੋਸਟਾਂ ਨੇ, +2 ਪਾਸ ਫਰੋਮ ਰੈਕੋਗਨਾਈਜ਼ਡ ਬੋਰਡ ਔਰ ਯੂਨੀਵਰਸਿਟੀ, ਬੈਚਲਰ ਵਿਦ 50% ਮਾਰਕਸ ਫਰੋਮ ਰੈਕੋਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ, ਤੇ 1 ਸਾਲ ਦਾ ECG ਫਰੋਮ ਰੈਕੋਗਨਾਈਜ਼ਡ ਬੋਰਡ, ECG ਦੇ ਵਿੱਚ ਡਿਪਲੋਮਾ ਕੀਤਾ ਹੋਣਾ ਲਾਜ਼ਮੀ ਹੈ। LA ਦੀਆਂ ਪੋਸਟਾਂ ਨੇ, ਲੈਬ ਅਟੈਂਡੈਂਟ ਦੀਆਂ 23 ਪੋਸਟਾਂ ਨੇ, +2 ਚਾਹੀਦੀ ਹੈ ਇਸ ਵਾਸਤੇ, ਬੋਰਡ ਜਾਂ ਇੰਸਟੀਟਿਊਸ਼ਨ ਜਾਂ ਯੂਨੀਵਰਸਿਟੀ ਵਿਦ ਸਾਇੰਸ, ਤੇ ਡਿਪਲੋਮਾ ਇਨ ਮੈਡੀਕਲ ਲੈਬੋਰਟਰੀ ਟੈਕਨੋਲੋਜੀ ਔਨ ਰੈਗੂਲਰ ਬੇਸਿਸ ਫਰੋਮ ਏ ਰੈਕੋਗਨਾਈਜ਼ਡ ਯੂਨੀਵਰਸਿਟੀ ਔਰ ਬੋਰਡ। ਤੇ ਇਸ ਤੋਂ ਇਲਾਵਾ ਕੋਰਸਪੋਂਡੈਂਸ ਡਿਪਲੋਮਾ ਕੋਰਸ ਵਿਲ ਨਾਟ ਬੀ ਕੰਸੀਡਰਡ, ਜਿਨ੍ਹਾਂ ਨੇ ਕੋਰਸਪੋਂਡੈਂਸ ਜਾਂ ਪਾਰਟ ਟਾਈਮ ਡਿਪਲੋਮਾ ਉਸ ਨੂੰ ਕੰਸੀਡਰ ਨਹੀਂ ਕੀਤਾ ਜਾਵੇਗਾ। ਤੇ ਕਾਰਪੈਂਟਰ ਦੀਆਂ 3 ਪੋਸਟਾਂ ਨੇ, 10ਵੀਂ 50% ਮਾਰਕਸ ਦੇ ਨਾਲ, ਪੰਜਾਬੀ ਪਾਸ ਮਸਟ ਹੈ। 1 ਸਾਲ ਦਾ ITI ਦਾ ਕੋਰਸ ਜੋ ਕਿ ਕਾਰਪੈਂਟਰ ਟ੍ਰੇਡ ਦੇ ਵਿੱਚ ਹੋਣਾ ਲਾਜ਼ਮੀ ਹੈ, ਤੇ 1 ਸਾਲ ਦਾ ਤਜਰਬਾ ਵੀ ਕਾਰਪੈਂਟਰ ਦਾ ਹੋਣਾ ਜ਼ਰੂਰੀ ਹੈ। ਰਿਸੈਪਸ਼ਨਿਸਟ ਕਮ ਕਲਰਕ ਦੀਆਂ 2 ਪੋਸਟਾਂ ਨੇ, ਗ੍ਰੈਜੂਏਟ ਚਾਹੀਦਾ ਹੈ ਉਮੀਦਵਾਰ। ਪ੍ਰੈਫਰੈਂਸ ਕੈਂਡੀਡੇਟਸ ਨੂੰ ਦਿੱਤੀ ਜਾਵੇਗੀ ਜੋ ਕਿ ਪ੍ਰੋਫੀਸ਼ੀਐਂਟ ਹਨ ਸਪੋਕਨ ਇੰਗਲਿਸ਼ ਦੇ ਵਿੱਚ, 1 ਸਾਲ ਦਾ PG ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ PGDCA, ਤੇ ਟਾਈਪਿੰਗ ਟੈਸਟ ਆਫ ਇੰਗਲਿਸ਼ ਤੇ ਪੰਜਾਬੀ 30 ਵਰਡਸ ਪਰ ਮਿੰਟ ਜੋ ਕਿ ਲਿਆ ਜਾਵੇਗਾ।
ਆਡੀਓ ਵਿਜ਼ੂਅਲ ਅਟੈਂਡੈਂਟ ਦੀਆਂ 2 ਪੋਸਟਾਂ ਨੇ, +2 ਚਾਹੀਦਾ ਹੈ ਜੀ ਕਿਸੇ ਵੀ ਬੋਰਡ ਜਾਂ ਇੰਸਟੀਟਿਊਸ਼ਨ ਤੋਂ 1 ਸਾਲ ਦਾ ਕੋਰਸ ਆਡੀਓ ਵਿਜ਼ੂਅਲ ਇੰਸਟਰੂਮੈਂਟ ਟੈਕਨੀਕਸ ਫਰੋਮ ਰੈਕਗਨਾਈਜ਼ਡ ਇੰਸਟੀਟਿਊਸ਼ਨ। ਏਸੀ ਆਪਰੇਟਰ ਦੀਆਂ 4 ਪੋਸਟਾਂ ਨੇ, 10ਵੀਂ ਚਾਹੀਦੀ ਹੈ ਪਲੱਸ 50% ਮਾਰਕਸ ਦੇ ਨਾਲ। ਇਸ ਤੋਂ ਇਲਾਵਾ ਪੰਜਾਬੀ ਪਾਸਟ ਜ਼ਰੂਰੀ ਹੈ, 2 ਸਾਲ ਦਾ ITI ਦਾ ਕੋਰਸ ਜੋ ਕਿ ਰੈਫਰੀਜਰੇਸ਼ਨ ਤੇ 에ਅਰ ਕੰਡੀਸ਼ਨਿੰਗ ਟ੍ਰੇਡ ਦੇ ਵਿੱਚ ਹੁੰਦਾ ਹੈ ਉਹ ਜ਼ਰੂਰੀ ਹੈ, ਤੇ 1 ਸਾਲ ਦਾ ਤਜਰਬਾ ਚਿੱਲਰ ਪਲਾਂਟ ਦੇ ਵਿੱਚ 100 ਟਨ ਦਾ ਜੋ ਕਿ ਪਲਾਂਟ ਹੋਵੇ ਉਸ ਦੇ ਵਿੱਚ ਕੀਤਾ ਹੋਣਾ ਲਾਜ਼ਮੀ ਹੈ। ਤੇ ਵੈਲਡਰ ਦੀ 1 ਪੋਸਟ ਹੈ, 10ਵੀਂ ਪਾਸ ਪੰਜਾਬੀ ਪਾਸ ਤੇ 10ਵੀਂ 50% ਮਾਰਕਸ ਦੇ ਨਾਲ ਜ਼ਰੂਰੀ ਹੈ। ਇਸ ਤੋਂ ਇਲਾਵਾ 1 ਸਾਲ ਦੀ ITI ਵੈਲਡਰ ਟ੍ਰੇਡ ਦੇ ਵਿੱਚ ਫਰੋਮ ਰੈਕਗਨਾਈਜ਼ਡ ਬੋਰਡ ਔਰ ਯੂਨੀਵਰਸਿਟੀ ਤੇ 1 ਸਾਲ ਦਾ ਤਜਰਬਾ ਐਜ਼ ਏ ਵੈਲਡਰ ਆਰਕ ਔਰ ਗੈਸ ਵੈਲਡਿੰਗ ਵਿੱਚ ਜ਼ਰੂਰੀ ਹੈ। ਲਾਂਡਰੀ ਆਪਰੇਟਰ ਦੀਆਂ 2 ਪੋਸਟਾਂ ਨੇ, ਮਿਨੀਮਮ ਕੁਆਲੀਫਿਕੇਸ਼ਨ ਆਫ ਮੈਟ੍ਰਿਕੂਲੇਸ਼ਨ 10ਵੀਂ ਹੈ ਤੇ 5 ਸਾਲ ਦਾ ਤਜਰਬਾ ਐਜ਼ ਏ ਧੋਬੀ ਜ਼ਰੂਰੀ ਹੈ। ANM ਦੀਆਂ 4 ਪੋਸਟਾਂ ਨੇ ਜਿਸ ਦੇ ਵਿੱਚ +2 ਪਾਸ ਫਰੋਮ ਏ ਰੈਕਗਨਾਈਜ਼ਡ ਬੋਰਡ ਵਿਦ ਸਾਇੰਸ ਡਿਪਲੋਮਾ ਇਨ ਆਗਜ਼ਿਲਰੀ ਨਰਸ ਮਿਡਵਾਈਫ। ANM ਜਿਸ ਨੂੰ ਕਹਿੰਦੇ ਹਨ ਫਰੋਮ ਏ ਰੈਕਗਨਾਈਜ਼ਡ ਬੋਰਡ ਔਰ ਯੂਨੀਵਰਸਿਟੀ। MPHW ਕੁਆਲੀਫਿਕੇਸ਼ਨ ਫਰੋਮ ਏ ਰੈਕਗਨਾਈਜ਼ਡ ਬੋਰਡ ਔਰ ਇੰਸਟੀਟਿਊਸ਼ਨ, 2 ਈਅਰ ਵਰਕਿੰਗ ਐਕਸਪੀਰੀਅੰਸ ਇਨ ਰੈਲੇਵੈਂਟ ਫੀਲਡ। ਡਾਇਲਸਿਸ ਟੈਕਨੀਸ਼ੀਅਨ ਚਾਹੀਦੇ ਨੇ 2 ਜੀ, ਤੇ +2 ਪਾਸ ਸਾਇੰਸ ਸਬਜੈਕਟ ਦੇ ਨਾਲ ਜ਼ਰੂਰੀ ਹੈ। ਇਸ ਤੋਂ ਇਲਾਵਾ BSc ਮੈਡੀਕਲ ਫਰੋਮ ਏ ਰੈਕਗਨਾਈਜ਼ਡ ਯੂਨੀਵਰਸਿਟੀ ਔਰ ਬੋਰਡ ਤੇ 1 ਸਾਲ ਦਾ ਤਜਰਬਾ ਡਾਇਲਸਿਸ ਟੈਕਨੀਕਸ ਫਰੋਮ ਏ ਰੈਕਗਨਾਈਜ਼ਡ ਬੋਰਡ ਔਰ ਯੂਨੀਵਰਸਿਟੀ, 1 ਸਾਲ ਦਾ ਡਿਪਲੋਮਾ ਲਾਜ਼ਮੀ ਹੈ। ਤੇ ਡੈਂਟਲ ਟੈਕਨੀਸ਼ੀਅਨ ਦੀਆਂ 2 ਪੋਸਟਾਂ ਨੇ, +2 ਚਾਹੀਦੀ ਹੈ ਜਾਂ ਫਿਰ ਇਸ ਦੇ ਬਰਾਬਰ ਦੀ ਕੋਈ ਕੁਆਲੀਫਿਕੇਸ਼ਨ, ਤੇ ਇਸ ਤੋਂ ਇਲਾਵਾ BSc ਇਨ ਡੈਂਟਲ ਮਕੈਨਿਕਸ ਫਰੋਮ ਏ ਰੈਕਗਨਾਈਜ਼ਡ ਬੋਰਡ ਔਰ ਯੂਨੀਵਰਸਿਟੀ। ਤੇ ਲਿਫਟਮੈਨ ਦੀਆਂ 5 ਪੋਸਟਾਂ ਨੇ, 10ਵੀਂ ਵਿਦ 50% ਮਾਰਕਸ ਵਿਦ ਰੈਕਗਨਾਈਜ਼ਡ ਯੂਨੀਵਰਸਿਟੀ ਐਂਡ ਬੋਰਡ ਤੇ ਪੰਜਾਬੀ ਪਾਸ ਮਸਟ ਹੈ। 1 ਸਾਲ ਦਾ ਕੋਰਸ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ ਕਿਸੇ ਵੀ ਬੋਰਡ ਜਾਂ ਇੰਸਟੀਟਿਊਸ਼ਨ ਤੋਂ ਵਿਦ ਮਿਨੀਮਮ ਐਕਸਪੀਰੀਅੰਸ ਆਫ 1 ਈਅਰ ਇਨ ਲਿਫਟਮੈਨ, 1 ਸਾਲ ਦਾ ਤਜਰਬਾ ਵੀ ਹੋਣਾ ਲਿਫਟਮੈਨ ਦੇ ਲਈ ਜ਼ਰੂਰੀ ਹੈ। ਤੇ ਡਿਸਸੈਕਸ਼ਨ ਹਾਲ ਅਟੈਂਡੈਂਟ ਦੀਆਂ 2 ਪੋਸਟਾਂ ਨੇ, 8ਵੀਂ ਪਾਸ ਜ਼ਰੂਰੀ ਹੈ। ਵਾਟਰਮੈਨ ਦੀਆਂ 2 ਪੋਸਟਾਂ ਨੇ, 8ਵੀਂ ਪਾਸ ਜ਼ਰੂਰੀ ਹੈ। ਸਟ੍ਰੈਚਰ ਬੈਰੀਅਰ ਦੀਆਂ 16 ਪੋਸਟਾਂ ਨੇ, 8ਵੀਂ ਪਾਸ ਜ਼ਰੂਰੀ ਹੈ। ਫੀਮੇਲ ਆਇਆ ਦੀਆਂ 2 ਪੋਸਟਾਂ ਨੇ, ਮਿਡਲ ਪਾਸ ਹੋਣਾ ਜ਼ਰੂਰੀ ਹੈ। ਕਾਮਨ ਰੂਮ ਬੈਰੀਅਰ ਦੀਆਂ 1 ਪੋਸਟ ਨੇ, ਮਿਡਲ ਪਾਸ ਹੋਣਾ ਜ਼ਰੂਰੀ ਹੈ। ਵਰਕਸ਼ਾਪ ਅਟੈਂਡੈਂਟ ਦੀਆਂ 3 ਪੋਸਟ ਨੇ, 8ਵੀਂ ਪਾਸ ਜ਼ਰੂਰੀ ਹੈ। ਕੁੱਕ ਹੈਲਪਰ ਦੀਆਂ 2 ਪੋਸਟਾਂ ਨੇ, ਮਿਡਲ ਪਾਸ ਹੋਣਾ ਜ਼ਰੂਰੀ ਹੈ। ਹੈਲਪਰ ਟੂ ਵਾਰਡਨ 1 ਪੋਸਟ ਹੈ, ਮਿਡਲ ਪਾਸ ਹੋਣਾ ਜ਼ਰੂਰੀ ਹੈ। ਹੈਲਪਰ ਟੂ ਇਲੈਕਟ੍ਰੀਸ਼ੀਅਨ 6 ਪੋਸਟਾਂ ਨੇ, 8ਵੀਂ ਪਾਸ ਜ਼ਰੂਰੀ ਹੈ। ਕੁੱਕ ਦੀਆਂ 5 ਪੋਸਟਾਂ ਨੇ, ਮਿਡਲ ਪਾਸ ਹੋਣਾ ਜ਼ਰੂਰੀ ਹੈ। ਟੇਲਰ ਦੀ ਪੋਸਟ ਹੈ ਜੀ, ਮੈਟ੍ਰਿਕ ਪਾਸ ਹੋਣਾ ਚਾਹੀਦਾ ਹੈ ਤੇ ਪੰਜਾਬੀ ਪਾਸ ਵੀ ਜ਼ਰੂਰੀ ਹੈ 10ਵੀਂ ਤੱਕ। ਤੇ ਇਸ ਤੋਂ ਇਲਾਵਾ ਡਿਪਲੋਮਾ ਇਨ ਕਟਿੰਗ ਐਂਡ ਟੇਲਰਿੰਗ ਦੀ ਜੋ ITI ਹੁੰਦੀ ਹੈ ਉਹ ਸਟੂਡੈਂਟ ਇਸ ਨੂੰ ਅਪਲਾਈ ਕਰ ਸਕਦੇ ਹਨ ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਤੋਂ ਜਿਨ੍ਹਾਂ ਨੇ 1 ਸਾਲ ਦਾ ਕਟਿੰਗ ਐਂਡ ਟੇਲਰਿੰਗ ਦਾ ਕੋਰਸ ਕੀਤਾ ਹੈ। CSST ਟੈਕਨੀਸ਼ੀਅਨ ਦੀਆਂ 9 ਪੋਸਟਾਂ ਨੇ, +2 ਪਾਸ ਚਾਹੀਦੀ ਹੈ ਸਾਇੰਸ ਵਿਸ਼ੇ ਦੇ ਨਾਲ ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਤੋਂ। BSc ਇਨ ਆਪਰੇਸ਼ਨ ਥੀਏਟਰ ਟੈਕਨੋਲੋਜੀ ਫਰੋਮ ਏ ਰੈਕਗਨਾਈਜ਼ਡ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ। ਇਸ ਤੋਂ ਇਲਾਵਾ ਐਪਲੀਕੇਸ਼ਨ ਪਰਫਾਰਮਾ ਦਿੱਤਾ ਗਿਆ ਹੈ ਜੋ ਕਿ ਤੁਸੀਂ ਭੇਜਣਾ ਹੈ, ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ। ਆਫਿਸ ਆਫ ਮੈਡੀਕਲ ਸੁਪਰਡੈਂਟ GGSM CH ਸਦੀਕ ਰੋਡ ਫਰੀਦਕੋਟ ਵਿਖੇ 11 ਨਵੰਬਰ 2022 ਤੱਕ, ਜੋ ਕਿ ਪਰਫਾਰਮੇ ਦੇ ਵਿੱਚ ਫੋਟੋ ਪਾਸਪੋਰਟ ਸਾਈਜ਼ ਤੁਹਾਡੀ ਲੇਟੈਸਟ ਫੋਟੋ। ਇਸ ਤੋਂ ਇਲਾਵਾ ਐਪਲੀਕੇਸ਼ਨ ਕਿਸ ਪੋਸਟ ਲਈ ਤੁਸੀਂ ਕਰ ਰਹੇ ਹੋ, ਐਪਲੀਕੈਂਟ ਦਾ ਨੇਮ ਲਿਖਣਾ ਹੈ ਬਲੌਕ ਲੈਟਰਸ ਦੇ ਵਿੱਚ, ਫਾਦਰਸ ਨੇਮ, ਡੇਟ ਆਫ ਬਰਥ, ਏਜ, ਕੈਟਾਗਰੀ, ਸਬ ਕੈਟਾਗਰੀ, ਉਸ ਦਾ ਪ੍ਰੂਫ ਵੀ ਅਟੈਚ ਕਰਨਾ ਹੈ, ਨੈਸ਼ਨੈਲਿਟੀ, ਰਿਲੀਜਨ, ਮੈਰਿਟਲ ਸਟੇਟਸ। ਤੇ ਇਸ ਤੋਂ ਇਲਾਵਾ ਐਜੂਕੇਸ਼ਨਲ ਜਾਂ ਅਕੈਡਮਿਕ ਕੁਆਲੀਫਿਕੇਸ਼ਨ ਦੇ ਪ੍ਰੂਫ ਅਟੈਚ ਕਰਨੇ ਹਨ ਅਤੇ ਉਹਨਾਂ ਦਾ ਵੇਰਵਾ ਦੇਣਾ ਹੈ। ਐਕਸਪੀਰੀਅੰਸ ਸਰਟੀਫਿਕੇਟ ਜੇ ਕੋਈ ਹੈ ਤਾਂ ਉਸ ਦੀ ਡਿਟੇਲ ਦੇਣੀ ਜ਼ਰੂਰੀ ਹੈ। ਪੰਜਾਬੀ ਪਾਸਟ ਅਪ ਟੂ ਮੈਟ੍ਰਿਕ ਸਟੈਂਡਰਡ ਯੈਸ ਜਾਂ ਨੋ। ਇਸ ਤੋਂ ਇਲਾਵਾ ਐਡਰੈਸ ਪਰਮਾਨੈਂਟ ਤੇ ਕੋਰਸਪੋਂਡੈਂਸ ਤੇ ਡਿਟੇਲਸ ਆਫ ਐਨਕਲੋਜ਼ਰ ਅਟੈਚਡ, ਜੋ ਵੀ ਡਾਕੂਮੈਂਟ ਤੁਸੀਂ ਅਟੈਚ ਕਰੋਗੇ ਉਹਨਾਂ ਦਾ ਵੇਰਵਾ ਜ਼ਰੂਰੀ ਹੈ। ਡੇਟ ਪਲੇਸ ਹੈ, ਜੋ ਕਿ ਐਪਲੀਕੇਸ਼ਨ ਫੀਸ 100 ਰੁਪਏ ਹੈ ਜਨਰਲ ਕੈਟਾਗਰੀ ਵਾਸਤੇ ਤੇ 50 ਰੁਪਏ ST SC OBC BC ਅਤੇ ਅਦਰ ਕੈਟਾਗਰੀਜ਼ ਵਾਸਤੇ। ਤਾਂ 100 ਰੁਪਏ ਜਨਰਲ ਕੈਟਾਗਰੀ ਵਾਸਤੇ ਤੇ 50 ਰੁਪਏ SC ST OBC BC ਕੈਟਾਗਰੀਜ਼ ਤੇ ਅਦਰ ਕੈਟਾਗਰੀਜ਼ ਵਾਸਤੇ ਫੀਸ ਰੱਖੀ ਗਈ ਹੈ। ਤਾਂ ਇਹਨਾਂ ਪੋਸਟਾਂ ਲਈ ਜਿਨ੍ਹਾਂ ਦੀ ਵੀ ਐਲੀਜੀਬਿਲਿਟੀ ਬਣਦੀ ਹੈ ਉਹ ਮੇਰੇ ਸਾਥੀ 11 ਨਵੰਬਰ 2022 ਤੱਕ ਅਪਲਾਈ ਕਰ ਸਕਦੇ ਹਨ। ਤੁਹਾਡੇ ਡਾਕੂਮੈਂਟ ਆਫਿਸ ਆਫ ਮੈਡੀਕਲ ਸੁਪਰਡੈਂਟ GGSM CH ਸਦੀਕ ਰੋਡ ਫਰੀਦਕੋਟ ਵਿਖੇ ਪਹੁੰਚ ਜਾਣੇ ਚਾਹੀਦੇ ਹਨ ਤਾਂ ਕਿ ਤੁਹਾਡੀ ਜਿਹੜੀ ਸ਼ਾਰਟ ਲਿਸਟਿੰਗ ਆ ਉਹ ਸਮੇਂ ਸਿਰ ਹੋ ਸਕੇ। ਅਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ www.bfuhs.ac.in ਤੇ ਵਿਜ਼ਿਟ ਵੀ ਕਰ ਸਕਦੇ ਹੋ। ਤੇ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗੀ ਅਤੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਕੇ ਜ਼ਰੂਰ ਇਹਨਾਂ ਪੋਸਟਾਂ ਤੇ ਕਾਮਯਾਬ ਹੋਵੋਗੇ। ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ। ਥੈਂਕ ਯੂ ਫॉर ਵਾਚਿੰਗ ਮਾਈ ਚੈਨਲ। ਥੈਂਕਸ।